ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਅੱਜ ਇੱਕ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਦੇ ਵਿੱਚ ਇਹ ਖੁਲਾਸਾ ਹੋਇਆ ਕਿ ਕੈਨੇਡਾ ਦੇ ਵਿੱਚ ਮਹਿੰਗਾਈ 4 ਦਹਾਕਿਆਂ ਦਾ ਰਿਕਾਰਡ ਤੋੜ ਗਈ ਹੈ। ਪਿਛਲੇ 40 ਸਾਲਾਂ ਦੇ ਵਿੱਚ ਇੰਨੀ ਮਹਿੰਗਾਈ ਨਹੀਂ ਹੋਈ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਸਾਹਮਣਾ ਕਰਨਾ ਪੈ ਰਿਹਾ। 7.7% ਦੇ ਉੱਤੇ ਮਹਿੰਗਾਈ ਪਹੁੰਚ ਗਈ ਹੈ ਤੇ ਇਹਦਾ ਕਾਰਨ ਸਿਰਫ ਤੇ ਸਿਰਫ ਗੈਸ ਦੇ ਵਿੱਚ ਕੀਮਤਾਂ ਦੇ ਵਿੱਚ ਵਾਧਾ ਉਹ ਦੱਸਿਆ ਗਿਆ। ਆਮ ਲੋਕ ਇਸ ਬਾਰੇ ਕੀ ਸੋਚਦੇ ਨੇ, ਆਓ ਜਾਣਦੇ ਹਾਂ। ਕੈਨੇਡਾ ਦੀ ਮਹਿੰਗਾਈ ਦਰ ਵਿੱਚ ਉਛਾਲ ਦਾ ਸਿਲਸਿਲਾ ਮਈ ਮਹੀਨੇ ਵਿੱਚ ਨਵੀਂ ਰਫ਼ਤਾਰ ਤੇ ਪਹੁੰਚਿਆ ਪ੍ਰਤੀਤ ਹੋ ਰਿਹਾ ਹੈ। ਸਾਲਾਨਾ ਮਹਿੰਗਾਈ ਦਰ 7.7% ਦਰਜ ਹੋਈ ਹੈ, ਜੋ ਕਿ ਪਿਛਲੇ ਕਰੀਬ 40 ਸਾਲ ਦੀ ਸਭ ਤੋਂ ਵੱਧ ਦਰ ਹੈ। ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜਿਆਂ ਅਨੁਸਾਰ ਮਹਿੰਗਾਈ ਦਰ ਨੂੰ 7.7% ਦੇ ਪੱਧਰ ਤੇ ਲਿਜਾਣ ਵਿੱਚ ਸਭ ਤੋਂ ਵੱਡਾ ਹੱਥ ਗੈਸ ਕੀਮਤਾਂ ਦਾ ਰਿਹਾ। ਪਿਛਲੇ 12 ਮਹੀਨਿਆਂ ਵਿੱਚ ਗੈਸ ਕੀਮਤਾਂ ਵਿੱਚ 48% ਵਾਧਾ ਹੋ ਚੁੱਕਿਆ ਹੈ ਤੇ ਇਕੱਲੇ ਮਈ ਮਹੀਨੇ ਦੇ ਵਿੱਚ ਗੈਸ ਕੀਮਤਾਂ 12% ਵੱਧ ਦਰਜ ਹੋਈਆਂ। ਖਾਣ ਪੀਣ ਦੀਆਂ ਵਸਤਾਂ ਦੇ ਭਾਅ ਵੀ ਕਾਫੀ ਉੱਪਰ ਚਲੇ ਗਏ ਹਨ। ਗਰੋਸਰੀ ਬਿਲਸ ਵਿੱਚ 1 ਸਾਲ ਵਿੱਚ 9.7% ਦਾ ਵਾਧਾ ਹੋਇਆ ਹੈ। ਫੂਡ ਸ਼੍ਰੇਣੀ ਵਿੱਚ ਤੇਲ ਅਤੇ ਐਡੀਬਲ ਫੈਟ ਦੇ ਭਾਅ 30% ਵੱਧ ਦਰਜ ਹੋਏ ਹਨ, ਜੋ ਕਿ ਇੱਕ ਰਿਕਾਰਡ ਅੰਕੜਾ ਹੈ। ਯੂਕਰੇਨ ਜੰਗ ਇਸ ਮਹਿੰਗਾਈ ਦਾ ਇੱਕ ਵੱਡਾ ਕਾਰਨ ਹੈ, ਕਿਉਂਕਿ ਯੂਕਰੇਨ ਸੂਰਜਮੁਖੀ ਤੇਲ ਦਾ ਵੱਡਾ ਸਪਲਾਇਰ ਹੈ ਅਤੇ ਜੰਗ ਨੇ ਸਪਲਾਈ ਨੂੰ ਪ੍ਰਭਾਵਿਤ ਕੀਤਾ। ਫਰਨੀਚਰ ਦੀਆਂ ਕੀਮਤਾਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ 15.8% ਦਾ ਰਿਕਾਰਡ ਵਾਧਾ ਦਰਜ ਹੋਇਆ। ਆਵਾਜਾਈ ਅਤੇ ਕੱਚੇ ਮਾਲ ਦੀ ਲਾਗਤ ਵਿੱਚ ਵਾਧੇ ਕਰਕੇ ਫਰਨੀਚਰ ਦੀਆਂ ਕੀਮਤਾਂ ਵਿੱਚ ਵੱਡਾ ਉਛਾਲ ਨਜ਼ਰੀ ਪੈ ਰਿਹਾ ਹੈ। ਪਿਛਲੇ ਸਾਲ ਵੀਅਤਨਾਮ ਅਤੇ ਚੀਨ ਤੋਂ ਆਉਣ ਵਾਲੀਆਂ ਗੱਦੇਦਾਰ ਫਰਨੀਚਰ ਆਈਟਮਾਂ ਤੇ 300% ਤੱਕ ਦੇ ਟੈਰਿਫ ਸ਼ੁਰੂ ਕਰਨ ਕਰਕੇ ਵੀ ਕੀਮਤਾਂ ਦੇ ਵਿੱਚ ਵਾਧਾ ਦਰਜ ਹੋਇਆ। ਅਪ੍ਰੈਲ ਵਿੱਚ ਕੈਨੇਡਾ ਦੀ ਮਹਿੰਗਾਈ ਦਰ 6.8% ਦੇ ਰਿਕਾਰਡ ਪੱਧਰ ਤੇ ਪਹੁੰਚ ਗਈ ਸੀ। ਅਰਥਸ਼ਾਸਤਰੀਆਂ ਦਾ ਅਨੁਮਾਨ ਸੀ ਕਿ ਮਈ ਦੇ ਮਹੀਨੇ ਦੇ ਵਿੱਚ ਮਹਿੰਗਾਈ ਦੀ ਦਰ ਵਿੱਚ ਵੀ ਵਾਧਾ ਹੋਵੇਗਾ, ਪਰ ਇਸ ਪੱਧਰ ਤੇ ਵਾਧੇ ਦੀ ਉਮੀਦ ਨਹੀਂ ਸੀ। ਇਕੱਲੇ ਮਈ ਮਹੀਨੇ ਵਿੱਚ ਹੀ ਕੀਮਤਾਂ ਵਿੱਚ 1.4% ਦਾ ਵਾਧਾ ਹੋਇਆ। ਮਈ 2022 ਦਾ ਵਾਧਾ ਪਿਛਲੇ 30 ਸਾਲ ਵਿੱਚ ਇੱਕੋ ਮਹੀਨੇ ਵਿੱਚ ਹੋਣ ਵਾਲਾ ਸਭ ਤੋਂ ਵੱਧ ਵਾਧਾ ਸੀ। ਹਰੇਕ ਸੂਬੇ ਵਿੱਚ ਹੀ ਮਹਿੰਗਾਈ ਦੀ ਦਰ ਵਧੀ ਹੈ। ਸਸਕੈਚੇਵਨ ਵਿੱਚ ਸਭ ਤੋਂ ਘੱਟ 7% ਵਾਧਾ ਹੋਇਆ, ਜਦੋਂ ਕਿ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਸਭ ਤੋਂ ਵੱਧ 11.1% ਵਾਧਾ ਦਰਜ ਹੋਇਆ। ਲਗਾਤਾਰ ਵੱਧਦੀ ਮਹਿੰਗਾਈ ਤੋਂ ਲੋਕ ਪਰੇਸ਼ਾਨ ਹਨ ਅਤੇ ਉਹਨਾਂ ਦੇ ਲਈ ਰੋਜ਼ਮर्रा ਦੀਆਂ ਚੀਜ਼ਾਂ ਖਰੀਦਣਾ ਵੀ ਮੁਸ਼ਕਿਲ ਹੋ ਰਿਹਾ ਹੈ। ਕੈਨੇਡਾ ਹੀ ਇਕੱਲਾ ਦੇਸ਼ ਨਹੀਂ ਜਿੱਥੇ ਮਹਿੰਗਾਈ ਦਰ ਰਿਕਾਰਡ ਪੱਧਰ ਤੇ ਪਹੁੰਚੀ ਹੈ। ਅਮਰੀਕਾ ਵਿੱਚ ਸਾਲਾਨਾ ਮਹਿੰਗਾਈ ਦਰ 8% ਦੇ ਕਰੀਬ ਹੋ ਗਈ ਹੈ। ਸਟੈਟਿਸਟਿਕਸ ਕੈਨੇਡਾ ਨੇ ਪਹਿਲੀ ਵਾਰ ਮਹਿੰਗਾਈ ਮਾਪਣ ਦੇ ਪੈਮਾਨੇ ਵਿੱਚ ਨਵੇਂ ਅਤੇ ਪੁਰਾਣੇ ਵਾਹਨਾਂ ਦੀ ਖਰੀਦ ਨੂੰ ਵੀ ਸ਼ਾਮਿਲ ਕੀਤਾ ਹੈ ਅਤੇ ਰਿਹਾਇਸ਼ ਦੀ ਲਾਗਤ ਨੂੰ ਵੀ ਅੱਗੇ ਨਾਲੋਂ ਵਧੇਰੇ ਸ਼ਾਮਿਲ ਕੀਤਾ ਹੈ। ਉਮੀਦ ਨਾਲੋਂ ਵੱਧ ਮਹਿੰਗਾਈ ਤੋਂ ਇਹ ਸਪਸ਼ਟ ਸੰਕੇਤ ਮਿਲ ਸਕਦੇ ਹਨ ਕਿ ਬੈਂਕ ਆਫ ਕੈਨੇਡਾ ਜੁਲਾਈ ਵਿੱਚ ਹੋਣ ਵਾਲੀ ਆਪਣੀ ਬੈਠਕ ਵਿੱਚ ਵਿਆਜ ਦਰਾਂ ਵਿੱਚ 75% ਅੰਕਾਂ ਦਾ ਵਾਧਾ ਕਰ ਸਕਦਾ ਹੈ। ਮਹਾਮਾਰੀ ਦੌਰਾਨ ਅਰਥਚਾਰੇ ਨੂੰ ਲੀਹ ਤੇ ਰੱਖਣ ਲਈ ਬੈਂਕ ਨੇ ਵਿਆਜ ਦਰ 0.25% ਤੇ ਲਿਆਂਦੀ ਸੀ, ਪਰ ਪਿਛਲੇ ਕੁਝ ਮਹੀਨਿਆਂ ਵਿੱਚ ਬੈਂਕ ਨੇ ਵਿਆਜ ਦਰਾਂ ਵਿੱਚ ਵਾਧਾ ਸ਼ੁਰੂ ਕਰ ਦਿੱਤਾ ਹੈ। 75% ਅੰਕਾਂ ਦੇ ਵਾਧੇ ਦਾ ਮਤਲਬ ਹੋਵੇਗਾ ਕਿ ਵਿਆਜ ਦਰ 2.25% ਤੇ ਪਹੁੰਚ ਜਾਵੇਗੀ, ਜੋ ਕਿ 2008 ਦੀ ਆਰਥਿਕ ਮੰਦੀ ਤੋਂ ਬਾਅਦ ਸਭ ਤੋਂ ਵੱਧ ਵਿਆਜ ਦਰ ਹੋਵੇਗੀ। ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਭਾਵੇਂ ਵਿਆਜ ਦਰਾਂ ਵਧਾਉਣ ਨਾਲ ਕੁਝ ਸਮੇਂ ਬਾਅਦ ਮਹਿੰਗਾਈ ਵਿੱਚ ਕਮੀ ਆ ਸਕਦੀ ਹੈ, ਪਰ 2022 ਦੇ ਦੌਰਾਨ ਮਹਿੰਗਾਈ ਦਾ ਸਿਲਸਿਲਾ ਬਰਕਰਾਰ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ। ਸੋ ਮਹਿੰਗਾਈ ਦਾ ਸਾਰਿਆਂ ਤੇ ਇਫੈਕਟ ਪਿਆ, ਸਮਾਲ ਬਿਜ਼ਨੈਸਿਸ ਤੇ ਕਿਸ ਤਰ੍ਹਾਂ ਦਾ ਇਫੈਕਟ ਪੈ ਰਿਹਾ, ਆਓ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਸਾਂਝਾ ਟੀਵੀ ਵਾਲਿਆਂ ਦਾ ਬਹੁਤ ਸ਼ੁਕਰਗੁਜ਼ਾਰ ਕਰਨਾ ਵੀ ਉਹਨਾਂ ਨੇ ਇਹ ਉਪਰਾਲਾ ਕੀਤਾ ਵੀ ਇਹ ਬਹੁਤ ਵਧੀਆ ਗੱਲ ਹੈ ਵੀ ਇਹਨਾਂ ਨੇ ਕੋਈ ਆਵਾਜ਼ ਉਠਾਈ ਹੈ, ਪਰ ਅਸੀਂ ਇਸ ਆਵਾਜ਼ ਦੇ ਨਾਲ ਖੜ੍ਹੇ ਹਾਂ। ਇੰਨਾ ਮਹਿੰਗਾਈ ਦਾ ਇਫੈਕਟ ਪੈ ਰਿਹਾ ਹੈ, ਬਾਜ਼ਾਰ ਦੇ ਵਿੱਚ ਕਸਟਮਰ ਦੀ ਐਂਟਰੀ ਘੱਟ ਗਈ ਹੈ। ਜਿਹੜਾ ਕਸਟਮਰ ਵੀ ਆਉਂਦਾ ਉਹ ਇੱਕੋ ਹੀ ਗੱਲ ਕਹਿੰਦਾ ਮਹਿੰਗਾਈ ਹੋ ਗਈ ਹੈ। ਜਦੋਂ ਅਸੀਂ ਸਮਾਨ ਦਿਖਾਉਂਦੇ ਹਾਂ ਕਹਿੰਦੇ ਅੰਕਲ ਤੁਸੀਂ ਮਹਿੰਗਾਈ ਬਹੁਤ ਹੋ ਗਈ ਹੈ, ਸਾਡੀ ਕਪੈਸਿਟੀ ਘੱਟ ਗਈ ਹੈ, ਪਰਚੇਜ਼ਿੰਗ ਪਾਵਰ ਘੱਟ ਗਈ ਹੈ। ਇਹ ਤਾਂ ਗੌਰਮੈਂਟ ਨੂੰ ਕੋਈ ਨਾ ਕੋਈ ਜ਼ਰੂਰ ਐਕਸ਼ਨ ਲੈਣਾ ਚਾਹੀਦਾ ਮਹਿੰਗਾਈ ਦੇ ਪ੍ਰਤੀ, ਕੋਈ ਟੈਕਸ ਛੱਡਣ, ਸਾਨੂੰ ਸਹੂਲਤਾਂ ਦੇਣ। ਇੰਨਾ ਵਧੀਆ ਅਸੀਂ ਮੁਲਕ 'ਚ ਆਏ ਹਾਂ ਕੈਨੇਡਾ ਦੇ ਵਿੱਚ, ਅਤੇ ਕੈਨੇਡਾ ਦੀ ਜਿਹੜੀ ਗੌਰਮੈਂਟ ਹੈ ਸਾਰੇ ਬਾਰੇ ਕੁਛ ਨਹੀਂ ਸੋਚ ਰਹੀ, ਔਰ ਇਸ ਚੀਜ਼ ਦੇ ਬਾਰੇ ਇਹਨਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ। ਬਹੁਤ ਵੱਡਾ ਅੱਗੇ ਜਾ ਕੇ ਇਹਦਾ ਹੋਰ ਅਸਰ ਜ਼ਿਆਦਾ ਭੈੜਾ ਪੈ ਸਕਦਾ ਹੈ, ਅਤੇ ਬਿਹਤਰੀ ਇਹੀ ਹੈ ਵੀ ਇਹਨੂੰ ਜਲਦੀ ਤੋਂ ਜਲਦੀ ਇਹਦੇ 'ਤੇ ਐਕਸ਼ਨ ਲੈ ਕੇ ਮਹਿੰਗਾਈ 'ਤੇ ਕਾਬੂ ਪਾਇਆ ਜਾਏ। ਅੰਕਲ ਜੀ, ਜਿੱਦਾਂ ਤੁਸੀਂ ਕਿਹਾ ਕਿ ਕਸਟਮਰ ਵੀ ਸੋਚਦੇ ਆ 2 ਵਾਰ ਆਉਣ ਲੱਗੇ ਕਿ ਸ਼ਾਪਿੰਗ ਲਈ ਜਾਇਆ ਜਾਵੇ ਜਾਂ ਨਹੀਂ ਜਾਇਆ ਜਾਵੇ, ਬਿਜ਼ਨਸ 'ਤੇ ਤਾਂ ਇਫੈਕਟ ਪੈ ਰਿਹਾ। ਨਿੱਜੀ ਤੌਰ ਦੇ ਉੱਤੇ ਗੈਸ ਦੀਆਂ ਪ੍ਰਾਈਸਿਸ ਵੱਧ ਗਈਆਂ ਨੇ, ਗਰੋਸਰੀ ਦੀਆਂ ਪ੍ਰਾਈਸਿਸ ਵੱਧ ਗਈਆਂ ਨੇ, ਉੱਧਰਲੇ ਪਾਸੇ ਕਿੰਨਾ ਕੁ ਇਫੈਕਟ ਹੈ? ਇਹ ਸਾਡਾ ਤਾਂ ਚਲੋ ਇੱਕ ਫੈਸ਼ਨ ਦੀ ਆਈਟਮ ਹੈ,
ਸਾਡੇ ਤੇ ਇੰਨਾ ਇਫੈਕਟ ਪਿਆ ਤੇ ਗਰੋਸਰੀ ਤਾਂ ਜਿਹੜੀ ਖਾਣੀ ਚੀਜ਼ ਅਗਲਾ ਸੋਚਦਾ ਹੁਣ ਹੁਣੇ ਕਸਟਮਰ ਆਏ ਬੈਠੇ ਸਾਡੇ ਕੋਲ ਗੱਲਾਂ ਇਹੋ ਹੀ ਕਰ ਰਹੇ ਨੇ ਦੁੱਧ ਦੀ ਗੈਲਨ ਦਾ ਰੇਟ ਵਧਾਤਾ ਇਹਨਾਂ ਨੇ ਉਹ ਵਧਾਤਾ ਸਾਨੂੰ ਇਹ ਨਹੀਂ ਸਮਝ ਲੱਗ ਰਹੀ ਵੀ ਗੌਰਮੈਂਟ ਕਰਦੀ ਕੀ ਪਈ ਹੈਗੀ ਇਸ ਵਾਸਤੇ ਗੌਰਮੈਂਟ ਨੂੰ ਇਸ ਚੀਜ਼ 'ਤੇ ਵੀ ਗੌਰ ਕਰਨਾ ਚਾਹੀਦਾ ਹੈ ਵੀ ਗਰੋਸਰੀ ਖਾਣ ਵਾਲੀਆਂ ਚੀਜ਼ਾਂ 'ਤੇ ਵੀ ਇਹਨੂੰ ਪ੍ਰਾਈਜ਼ਾਂ ਨੂੰ ਠੀਕ ਲਿਆਵੇ। ਅੱਜ ਜਿਵੇਂ ਤੁਹਾਨੂੰ ਪਤਾ ਕਿ ਅਸੀਂ ਮਹਿੰਗਾਈ ਦੇ ਬਾਰੇ ਗੱਲਬਾਤ ਕਰ ਰਹੇ ਹਾਂ ਤੇ ਹਰ ਕੋਈ ਇਫੈਕਟ ਹੋ ਰਿਹਾ ਹੈ। ਇਸ ਬਾਰੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਨੇ ਦਪਿੰਦਰ ਸਰਾਂ। ਦਪਿੰਦਰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਸਾਰਿਆਂ ਨੂੰ ਪਿਆਰ ਹੈਗਾ। ਦਪਿੰਦਰ ਜਿੱਦਾਂ ਤੁਸੀਂ ਬਹੁਤ ਸਾਰੀਆਂ ਕਮਿਊਨਿਟੀ ਦੇ ਵਿੱਚ ਐਡਵੋਕੇਟ ਵੀ ਕਰਦੇ ਹੈਗੇ ਆ ਤੁਸੀਂ ਸਟੂਡੈਂਟਸ ਦੇ ਮਸਲੇ ਵੀ ਸੁਣਦੇ ਹੈਗੇ ਆ ਪਰ ਹੁਣ ਅੱਜ ਕੱਲ੍ਹ ਜਿਹੜਾ ਮਸਲਾ ਸਾਰੀ ਕਮਿਊਨਿਟੀ ਫੇਸ ਕਰ ਰਹੀ ਹੈ ਮਹਿੰਗਾਈ ਇਨਫਲੇਸ਼ਨ ਦਿਨੋਂ ਦਿਨ ਵੱਧ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਕੀਪ ਅਪ ਕਰਨਾ ਕਿੰਨਾ ਕੁ ਔਖਾ ਹੋ ਰਿਹਾ? ਹਾਂਜੀ ਕਾਫੀ ਔਖਾ ਹੋ ਰਿਹਾ ਹੈਗਾ ਸਪੈਸ਼ਲੀ ਜਿਹੜੇ ਜਿਵੇਂ ਹੁਣ ਆਪਾਂ ਕਹਿੰਦੇ ਮਿਨੀਮਮ ਵੇਜ ਚੱਲ ਵੱਧ ਰਹੀ ਹੈਗੀ ਆ ਇਟਸ ਨਾਟ ਲਾਈਕ ਦੈਟ ਬਟ ਐਟ ਦ ਐਂਡ ਆਫ ਦ ਡੇ ਤੁਸੀਂ ਜੇ ਮਿਨੀਮਮ ਵੇਜ ਵੱਲ ਵੀ ਦੇਖੋਗੇ ਉਸ ਹਿਸਾਬ ਨਾਲ ਜੋ ਮਹਿੰਗਾਈ ਹੈਗੀ ਇਟਸ ਨਾਟ ਈਵਨ ਕਟਿੰਗ ਇਟ ਹੈ ਨਾ ਤਾਂ ਜਿਹੜੇ ਹੁਣ ਸਾਡੇ ਅੱਗੇ ਪ੍ਰੋਫੈਸ਼ਨਸ ਹੈਗੇ ਨੇ ਅਸੀਂ ਪ੍ਰੋਫੈਸ਼ਨਲ ਸਾਨੂੰ ਆਮ ਤੌਰ 'ਤੇ ਜੇ 20 ਸਾਲ ਪਹਿਲਾਂ 25 ਸਾਲ ਪਹਿਲਾਂ ਦੇਖਿਆ ਜਾਵੇ ਤਾਂ ਸਾਡੀ ਜੋ ਇਨਕਮ ਸੀਗੀ ਉਹਨੂੰ ਵਧੀਆ ਇਨਕਮ ਗਿਣਿਆ ਜਾਂਦਾ ਹੁੰਦਾ ਸੀਗਾ ਐਂਡ ਇਨ ਦਿਸ ਡੇ ਐਂਡ ਏਜ ਈਵਨ ਸਾਨੂੰ ਵੀ ਫਿਕਰ ਪਿਆ ਹੋਇਆ ਕਿ ਇੰਨੀ ਮਹਿੰਗਾਈ ਹੋ ਗਈ ਹੈ ਕਿ ਨਾਟ ਈਵਨ ਜਿੰਨੀ ਸੈਲਰੀ ਸਾਨੂੰ ਮਿਲਦੀ ਆ ਉਹਦੇ ਬਰਾਬਰ ਵੀ ਨਹੀਂ ਜਾ ਰਹੀ ਹੈਗੀ ਜੋ ਇਨਫਲੇਸ਼ਨ ਹੋ ਰਿਹਾ। ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਮਿਨੀਮਮ ਵੇਜ ਜਿਹੜੀ ਆ ਉਹ ਵੀ ਦੇਖੀਏ ਤਾਂ ਵੀ ਉਹ ਜਿਹੜੀ ਆ ਉਹ ਲਿਵਿੰਗ ਵੇਜ ਜਿਹੜੀ ਆ ਉਹਦੇ ਤੋਂ ਬਹੁਤ ਹੀ ਜ਼ਿਆਦਾ ਘੱਟ ਹੈਗੀ ਆ। ਲਿਵਿੰਗ ਵੇਜ ਜਿਹੜੀ ਆ ਉਹ $23 ਅੱਜ ਦੇ ਹਿਸਾਬ ਨਾਲ ਦੱਸੀ ਜਾ ਰਹੀ ਹੈਗੀ ਆ ਜੇ ਪਿਛਲੀਆਂ ਰਿਪੋਰਟਾਂ ਦੀ ਗੱਲ ਕਰਾਂ ਤੇ ਮਹਿੰਗਾਈ ਦੇ ਸਮੇਂ ਦੇ ਵਿੱਚ ਤਾਂ ਹੋਰ ਵੀ ਵੱਧ ਗਈ ਆ 7.7% ਮਹਿੰਗਾਈ ਵੱਧ ਗਈ ਆ। ਸਟੂਡੈਂਟਸ ਤੁਹਾਡੇ ਵੱਲ ਆਉਂਦੇ ਆ ਤੁਹਾਨੂੰ ਕੀ ਲੱਗਦਾ ਕਿ ਉਹ ਕੀਪ ਅਪ ਕਰ ਪਾ ਰਹੇ ਆ? ਡੈਫੀਨਿਟਲੀ ਨਾਟ ਕਿਉਂਕਿ ਸਟੂਡੈਂਟਸ ਵੀ ਹੁਣ ਇੱਦਾਂ ਸਟਰਗਲ ਕਰ ਰਹੇ ਨੇ ਕਿਉਂਕਿ ਇੱਕ ਤਾਂ ਉਹਨਾਂ ਦੀ ਟਿਊਸ਼ਨ ਬਹੁਤ ਆਪਾਂ ਨੂੰ ਪਤਾ ਹੀ ਹੈਗਾ 3 to 5 ਟਾਈਮਸ ਮੋਰ ਹੈਗੀ ਆ ਡੋਮੈਸਟਿਕ ਸਟੂਡੈਂਟਸ ਨਾਲੋਂ ਦੈਨ ਉਹਨਾਂ ਕੋਲ ਸਪੋਰਟ ਗਰੁੱਪਸ ਬਹੁਤ ਘੱਟ ਹੈਗੇ ਨੇ ਇੱਥੇ ਜੋ ਜਿਸ ਤਰ੍ਹਾਂ ਦੀ ਉਹ ਸਪੋਰਟ ਲੈ ਸਕਦੇ ਨੇ ਹੈ ਨਾ। ਹੁਣ ਨਾਨ ਪ੍ਰੋਫਿਟਸ ਖੁੱਲ੍ਹ ਰਹੇ ਹੈਗੇ ਨੇ ਡਿਫਰੈਂਟ ਗਰੁੱਪਸ ਉਹਨਾਂ ਦੀ ਮਦਦ ਕਰ ਰਹੇ ਹੈਗੇ ਨੇ ਪਰ ਫਿਰ ਵੀ ਸਾਡੇ ਕੋਲ ਇੰਨੇ ਕੇਸ ਹੁੰਦੇ ਨੇ ਸਟੂਡੈਂਟਸ ਨੇ ਫਾਈਨੈਂਸ਼ਲੀ ਉਹਨਾਂ ਨੂੰ ਬਹੁਤ ਮਦਦ ਚਾਹੀਦੀ ਹੈਗੀ ਆ ਜਾਂ ਫਿਰ ਇੱਦਾਂ ਹੁੰਦਾ ਕਿ ਕੰਮ ਵੱਲੋਂ ਜਿਸ ਤਰ੍ਹਾਂ ਮੈਂ ਕਿਹਾ ਜੇ ਮਿਨੀਮਮ ਵੇਜ 'ਤੇ ਵੀ ਕੰਮ ਕਰਦੇ ਆ 20 ਘੰਟੇ ਕਰ ਸਕਦੇ ਹੈਗੇ ਆ ਦੈਟਸ ਨਾਟ ਇਨਫ ਟੂ ਸਰਵਾਈਵ ਆਊਟ ਹੇਅਰ। ਜੀ ਬਿਲਕੁਲ ਤੇ ਨਾਲ ਹੁਣ ਚਾਹੇ ਅਸੀਂ ਮਹਿੰਗਾਈ ਦੀ ਗੱਲ ਕਰ ਲਈਏ ਚਾਹੇ ਮਿਨੀਮਮ ਵੇਜ ਦੀ ਗੱਲ ਕਰ ਲਈਏ ਚਾਹੇ ਨਵੇਂ ਆਇਆਂ ਦੀ ਗੱਲ ਕਰ ਲਈਏ ਪੁਰਾਣੇ ਹਰ ਕਿਸੇ ਦੇ ਲਈ ਹਾਰਡ ਹੋਇਆ ਇਹਨਾਂ ਸਮਿਆਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਗਵਰਨਮੈਂਟ ਨੂੰ ਕੀ ਕਰਨਾ ਚਾਹੀਦਾ? ਹਾਂਜੀ ਆਈ ਮੀਨ ਗਵਰਨਮੈਂਟ ਨੂੰ ਹੁਣ ਓਬਵੀਅਸਲੀ ਇਸ ਗੱਲ ਦੇ ਵਿੱਚ ਧਿਆਨ ਤਾਂ ਦੇਣਾ ਪੈਣਾ ਹੈਗਾ ਕਿਉਂਕਿ ਹੁਣ ਕਿੰਨੇ ਦਿਨਾਂ ਕਹਿ ਲਓ ਕਿੰਨੀ ਦੇਰ ਤੋਂ ਆਪਾਂ ਸਾਰੇ ਕਹਿ ਰਹੇ ਹਾਂ ਕਿ ਇਨਫਲੇਸ਼ਨ ਹੋ ਰਹੀ ਆ ਇਫ ਵੀ ਲੁੱਕ ਐਟ ਦ ਪਰਸੈਂਟੇਜ ਨਾ ਹੁਣ ਨਿਊਜ਼ਪੇਪਰ 'ਚ ਅੱਜ ਹੀ ਆਇਆ ਕਿ 7.7% ਕੰਪੇਅਰਟਿਵਲੀ ਜਦੋਂ 1983 ਸੀਗਾ। ਹੁਣ 80s ਦੇ ਵਿੱਚ ਸਾਨੂੰ ਸਭ ਨੂੰ ਪਤਾ ਜੋ ਇੱਥੇ ਪਹਿਲਾਂ ਦੇ ਹੈਗੇ ਨੇ ਕਿ ਰਿਸੈਸ਼ਨ ਹੋਇਆ ਸੀ ਉਸ ਟਾਈਮ ਦੇ ਵਿੱਚ ਹੈ ਨਾ ਐਂਡ ਲੋਕਾਂ ਦੇ ਘਰ ਮਸਾਂ ਬਚੇ ਸੀਗੇ ਇੰਟਰਸਟ ਰੇਟਸ ਵਰ ਰੀਲੀ ਹਾਈ ਆਈ ਅੰਡਰਸਟੈਂਡ ਕਿ ਇਸ ਵਕਤ ਇੰਟਰਸਟ ਰੇਟਸ ਨਹੀਂ ਉਨੇ ਹੈਗੇ ਲੇਕਿਨ ਜੇ ਵੱਧ ਜਾਣ ਤਾਂ ਕੀ ਦੁਨੀਆ ਕੀ ਕਰੂਗੀ ਕਿਉਂਕਿ ਕਿੰਨੀਆਂ ਜਾਣਿਆਂ ਨੇ ਮਹਿੰਗੇ ਘਰ ਲਏ ਹੈਗੇ ਨੇ ਹੁਣ ਮਿਲੀਅਨ ਤੋਂ ਉੱਪਰ ਤਾਂ ਘਰ ਹੈਗਾ ਜੇ ਲੈਣਾ ਹੋਵੇ ਤਾਂ ਐਂਡ ਜੇ ਤੁਸੀਂ ਉਹਦੀ ਇੰਟਰਸਟ ਰੇਟ ਦੇਖੋ ਰਾਈਟ ਨਾਓ ਥੋੜੀ ਵੱਧ ਰਹੀ ਹੈਗੀ ਆ ਬਟ ਹਾਊ ਮਨੀ ਕੈਨ ਅਫੋਰਡ ਇਟ ਜੇ ਜ਼ਿਆਦਾ ਵੱਧ ਜਾਵੇ ਤਾਂ ਬਿਲਕੁਲ ਸੋ ਸਰਕਾਰਾਂ ਨੂੰ ਵੀ ਸੋਚਣਾ ਪੈਣਾ ਸੋ ਧੰਨਵਾਦ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ। ਹਾਂਜੀ ਥੈਂਕ ਯੂ ਜੀ ਜੇ ਕੋਈ ਵੀ ਇੱਦਾਂ ਦੀ ਦਿੱਕਤ ਹੁੰਦੀ ਆਈ ਥਿੰਕ ਸਾਰਿਆਂ ਨੂੰ ਰੀਚ ਆਊਟ ਕਰਕੇ ਆਪਦੇ MLAs MPs ਪੋਲੀਟੀਸ਼ੀਅਨਸ ਨੂੰ ਦੱਸਣਾ ਚਾਹੀਦਾ ਕਿ ਕਿੰਨੀ ਮੁਸ਼ਕਿਲ ਉਹਨਾਂ ਨੂੰ ਲੱਗ ਰਹੀ ਹੈਗੀ ਇਸ ਵਕਤ। ਥੈਂਕ ਯੂ ਸੋ ਮਚ। ਕੈਨੇਡਾ ਦੇ ਵਿੱਚ ਦਿਨੋਂ ਦਿਨ ਮਹਿੰਗਾਈ ਵੱਧਦੀ ਜਾ ਰਹੀ ਹੈ ਲੋਕਾਂ ਦਾ ਗਰੋਸਰੀ ਤੱਕ ਖਰੀਦਣਾ ਮੁਸ਼ਕਿਲ ਹੋਇਆ ਪਿਆ ਤੇ ਨਵੀਂ ਰਿਪੋਰਟ ਦੇ ਵਿੱਚ ਮਹਿੰਗਾਈ ਜਿਹੜੀ ਹੈ 4 ਦਹਾਕਿਆਂ ਦਾ ਰਿਕਾਰਡ ਤੋੜ ਚੁੱਕੀ ਹੈ। ਕੈਨੇਡਾ ਦੇ ਵਿੱਚ ਰਹਿੰਦੇ ਖਾਸ ਕਰਕੇ ਸਾਡੇ ਸਰੀ ਸ਼ਹਿਰ ਦੇ ਵਿੱਚ ਰਹਿੰਦੇ ਨੌਜਵਾਨ ਇਸ ਬਾਰੇ ਕੀ ਸੋਚਦੇ ਨੇ ਮੇਰੇ ਨਾਲ ਅਰਮਾਨ ਨੇ ਆਓ ਗੱਲਬਾਤ ਕਰਦੇ ਹਾਂ। ਅਰਮਾਨ ਵੈਲਕਮ। ਹਾਈ ਅਰਮਾਨ ਜਿਵੇਂ ਮੈਂ ਕਿਹਾ ਕਿ ਇਨਫਲੇਸ਼ਨ ਜਿਹੜੀ ਆ ਉਹ ਦਿਨੋਂ ਦਿਨ ਵੱਧ ਰਹੀ ਹੈ ਤੁਸੀਂ ਆਸੇ-ਪਾਸੇ ਕੀ ਨੋਟਿਸ ਕਰ ਰਹੇ ਹੋ? ਕਿਉਂਕਿ ਜਿਵੇਂ ਇੱਕ ਬਹੁਤ ਕੁਛ ਜਿਵੇਂ ਮਹਿੰਗਾ ਹੋਣ ਲੱਗ ਗਿਆ ਜਿਵੇਂ ਗੈਸ ਪ੍ਰਾਈਸਿਸ ਵਗੈਰਾ ਤੇ ਹੋਰ ਵੀ ਬਹੁਤ ਕੁਛ ਨਾਊਡੇਜ਼। ਸੋ ਇਹ ਰਿਕਾਰਡ ਜਿਹੜਾ ਆ ਉਹ ਟੁੱਟ ਗਿਆ 40 ਸਾਲਾਂ ਦਾ ਤੁਹਾਨੂੰ ਕੀ ਲੱਗਦਾ ਅਫੋਰਡੇਬਿਲਟੀ ਦੀ ਜਿਹੜੀ ਪ੍ਰੋਬਲਮ ਆ ਰਹੀ ਹੈ ਉਹ ਕਿੰਨੇ ਕੁ ਲੋਕਾਂ ਨੂੰ ਇਫੈਕਟ ਕਰ ਰਹੀ ਹੈ? ਉਹ ਬਹੁਤ ਜਾਣਨ ਨੂੰ ਇਫੈਕਟ ਕਰੀ ਜਾਂਦਾ ਕਿਉਂਕਿ ਜਿਹੜੇ ਹੋਰ ਵੀ ਜਿਵੇਂ ਇੱਕ ਸਟੂਡੈਂਟ ਵਗੈਰਾ ਆ ਰਹੀ ਆ ਬਾਹਰੋਂ ਜਾਂ ਹੋਰ ਲੋਕ ਇਮੀਗ੍ਰੈਂਟਸ ਵਗੈਰਾ ਉਹਨਾਂ ਲਈ ਜਿਵੇਂ ਇੱਕ ਹਾਰਡ ਹੋ ਰਿਹਾ ਬਿਕਾਜ਼ ਲਾਈਕ ਉਹਨਾਂ ਕੋਲ ਜਿਵੇਂ ਇੱਕ ਇੰਨੀ ਮਨੀ ਹੈ ਨਹੀਂ ਗੀ ਸੋ ਯਾ। ਮਹਿੰਗਾਈ ਤਾਂ ਬਹੁਤ ਹੋਈ ਜਾਂਦੀ ਆ ਮੈਂ ਆਪ ਰੈਸਟੋਰੈਂਟ 'ਚ ਕੰਮ ਕਰਦੀ ਮੈਂ ਫੂਡ ਆਰਡਰ ਕਰਦੀ ਮੇਰੀ ਮੈਨੇਜਰ ਕਹਿੰਦੀ ਹੁੰਦੀ ਥੋੜ੍ਹਾ ਕਰ ਵੀ ਬਹੁਤ ਜ਼ਿਆਦੀਆਂ ਚੀਜ਼ਾਂ ਨਾਲ ਮਹਿੰਗਾਈ ਬਹੁਤ ਜ਼ਿਆਦੀ ਆ ਹਾਂ ਬਹੁਤ ਜ਼ਿਆਦਾ ਮਹਿੰਗਾਈ ਆਈ ਜਾਂਦੀ ਆ। ਤੁਸੀਂ ਗਰੋਸਰੀ ਲੈਣ ਵੀ ਜਾਂਦੇ ਆ ਹੋਰ ਚੀਜ਼ਾਂ ਵੀ ਆਪਾਂ ਖਰੀਦਣ ਜਾਂਦੇ ਆ ਅੱਜ ਤੁਸੀਂ ਸ਼ਾਪਿੰਗ ਕਰਨ ਵੀ ਆਏ ਆ ਕੀ ਇਫੈਕਟ ਹੈਗਾ ਆ ਕਿਉਂਕਿ ਜਦੋਂ ਅਸੀਂ ਪੇ ਦੀ ਗੱਲ ਕਰਦੇ ਆ ਪੇ ਉਨੀ ਹੋਈ ਹੈ ਪਰ ਮਹਿੰਗਾਈ ਪਰ ਮਹਿੰਗਾਈ ਜ਼ਿਆਦੀ ਆ। ਸੋ
ਕੀ ਮੈਂ ਗਵਰਨਮੈਂਟ ਨੂੰ ਕੀ ਕਰਨਾ ਚਾਹੀਦਾ? ਗਵਰਨਮੈਂਟ ਨੂੰ ਚਾਹੀਦਾ ਵੀ ਘੱਟ ਕਰੇ, ਬਹੁਤ ਜ਼ਿਆਦਾ ਮਹਿੰਗਾਈ ਆ।